TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਪ੍ਰੋਗਰਾਮ ਖੁੱਲ੍ਹਾ ਸੱਦਾ। ਉਮੀਦ ਕਰਦਾ ਪਹਿਲਾਂ ਦੀ ਤਰ੍ਹਾਂ ਅੱਜ ਵਾਲੇ ਪ੍ਰੋਗਰਾਮ ਮੈਨੂੰ ਵੀ ਤੁਸੀਂ ਜਿਹੜਾ ਹੈ ਉਹ ਪਿਆਰ ਦਿਓਗੇ। ਇਸ ਹਫਤੇ ਦਾ ਇਹ ਪਹਿਲਾ ਪ੍ਰੋਗਰਾਮ ਆ ਤੇ ਉਮੀਦ ਕਰਦਾ ਕਿ ਤੁਸੀਂ ਜਿਹੜੇ ਸਾਡੇ ਸਾਰੇ ਪ੍ਰੋਗਰਾਮ ਨੇ ਉਹਨਾਂ ਨਾਲ ਜੁੜੇ ਰਹੋਗੇ ਤੇ ਮੈਂ ਤੁਹਾਨੂੰ ਜੀ ਆਇਆਂ ਆਖਦਾ ਇਸ ਪ੍ਰੋਗਰਾਮ ਦੇ ਵਿੱਚ। ਤੇ ਆਓ ਅੱਜ ਇਸ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਤੇ ਅੱਜ ਦਾ ਜਿਹੜਾ ਮੈਂ ਵਿਸ਼ਾ ਲਿਆ ਹੈਗਾ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਆ ਕਿ ਇਸ ਟਾਈਮ ਦੇ ਉੱਤੇ ਦੁਨੀਆ ਭਰ ਦੀਆਂ ਨਜ਼ਰਾਂ ਜਿਹੜੀਆਂ ਨੇ ਅਫਗਾਨਿਸਤਾਨ ਦੇ ਉੱਤੇ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਆਪਾਂ ਅੱਜ ਗੱਲ ਜਿਹੜਾ ਮੈਂ ਹਿੰਟ ਅੱਜ ਮੈਂ ਦਿੱਤਾ ਹੈਗਾ, ਜਿਹੜਾ ਮੈਂ ਟੌਪਿਕ ਲਿਆ ਕਿ ਕੀ ਅਮਰੀਕਾ ਨੂੰ ਇਹ ਪਤਾ ਸੀਗਾ ਕਿ ਅਫਗਾਨਿਸਤਾਨ ਦੇ ਵਿੱਚ ਇੰਨੀ ਜਲਦੀ ਦੇ ਨਾਲ ਤਾਲਿਬਾਨ ਜਿਹੜੇ ਨੇ ਉਹ ਕਬਜ਼ਾ ਕਰ ਜਾਣਗੇ। ਤੇ ਉਸ ਤੋਂ ਅੱਗੇ ਆਪਾਂ ਇਸ ਦੇ ਉੱਤੇ ਗੱਲਬਾਤ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਕਿ ਮੈਂ ਪਹਿਲਾਂ ਵੀ ਜਿਹੜਾ ਇਸ ਦੇ ਉੱਤੇ ਇੱਕ ਟੌਪਿਕ ਕੀਤਾ ਸੀਗਾ, ਇੱਕ ਗੱਲਬਾਤ ਕੀਤੀ ਸੀ ਇੱਕ ਪ੍ਰੋਗਰਾਮ ਦੇ ਦੌਰਾਨ ਕਿ ਉਸ ਸਾਊਥ ਏਸ਼ੀਆ ਦੇ ਉਸ ਪਾਰਟ ਦੇ ਵਿੱਚ ਜਦ ਤਾਲਿਬਾਨ ਪੂਰੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਆਪਣੀ ਹਕੂਮਤ ਨੂੰ ਜਿਹੜਾ ਹੈ ਉਹ ਜਿਹੜਾ ਆਪਣਾ ਗ੍ਰਹਿਣ ਕਰ ਲੈਣਗੇ ਜਾਂ ਆਪਣੀ ਜਿਹੜਾ ਕਬਜ਼ਾ ਕਰ ਲੈਣਗੇ ਪੂਰੀ ਤਰ੍ਹਾਂ ਦੇ ਨਾਲ, ਤੇ ਉਸ ਪੂਰੇ ਸਾਊਥ ਏਸ਼ੀਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿੱਦਾਂ ਬਦਲਣਗੇ, ਕੀ ਸਾਰਾ ਕੁਛ ਡੈਮੋਗ੍ਰਾਫਿਕਲੀ ਜਗਰਾਫਿਕਲੀ ਕਿਵੇਂ ਬਦਲਾਵ ਜਿਹੜੇ ਉਹਦੇ ਆਉਣਗੇ, ਉਸ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਪਹਿਲਾਂ ਜੇ ਆਪਾਂ ਗੱਲਬਾਤ ਕਰ ਲਈ ਜਾਵੇ ਕਿ ਕੀ ਅਮਰੀਕਾ ਨੂੰ ਇਹ ਪਤਾ ਸੀਗਾ ਕਿ ਇਹ ਜਿਹੜੇ ਹਾਲਾਤ ਨੇ, ਕਿਉਂਕਿ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਲਗਾਤਾਰ ਇਹ ਕਹਿ ਰਹੀਆਂ ਸੀਗੀਆਂ ਕਿ 90 ਦਿਨ ਦਾ ਸਮਾਂ ਤਕਰੀਬਨ ਲੱਗੇਗਾ, ਜਿਹਦੇ ਦੌਰਾਨ ਕਿ ਤਾਲਿਬਾਨ ਜਿਹੜਾ ਨੇ ਉਹ ਕਾਬਲ ਦੇ ਉੱਤੇ ਕਬਜ਼ਾ ਕਰਨਗੇ ਜਾਂ ਪੂਰੇ ਅਫਗਾਨਿਸਤਾਨ ਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਉਹ ਲੈ ਲੈਣਗੇ। ਪਰ ਜਿੰਨੀ ਸਪੀਡ ਦੇ ਨਾਲ ਉਹ ਲੋਕਾਂ ਨੇ ਕਬਜ਼ਾ ਕੀਤਾ ਉਹ ਤੇ ਕੁਛ ਦਿਨ ਹੀ ਉਹਨਾਂ ਨੂੰ ਲੱਗੇ ਨੇ। 90 ਦਿਨ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਕਿਉਂਕਿ ਫਿਰ ਇੱਕ ਸਵਾਲ ਪੈਦਾ ਹੁੰਦਾ ਕਿ ਅਮਰੀਕਾ 20 ਸਾਲ ਉੱਥੇ ਰਿਹਾ। ਤੇ ਅੱਜ ਜੇ ਜੋ ਬਾਈਡਨ ਦੇ ਬਿਆਨ ਨੂੰ ਵੀ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਇਹਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ ਅਸੀਂ 20 ਸਾਲ ਜਿਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਰਹੇ ਤੇ ਉਹ ਮੌਕਾ ਆਉਣ ਦੇ ਉੱਤੇ ਉਹਨਾਂ ਨੇ ਸਾਰੇ ਹਥਿਆਰ ਸੁੱਟ ਦਿੱਤੇ, ਯਾਨੀ ਕਿ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਜਾਂ ਉਹਨਾਂ ਨੇ ਜਿਹੜੀ ਸਾਡੀ ਦਿੱਤੀ ਹੋਈ ਟ੍ਰੇਨਿੰਗ ਸੀ ਉਹਨੂੰ ਉਹਨਾਂ ਨੇ ਬਿਲਕੁਲ ਦਰਕਨਾਰ ਕਰ ਦਿੱਤਾ ਜਾਂ ਉਹਨਾਂ ਨੇ ਹਥਿਆਰ ਪੂਰੀ ਤਰ੍ਹਾਂ ਦੇ ਨਾਲ ਸਿੱਟ ਦਿੱਤੇ। ਹੁਣ ਸਵਾਲ ਇੱਥੇ ਇੱਕ ਪੈਦਾ ਇਹ ਹੋ ਜਾਂਦਾ ਹੈਗਾ ਕਿ ਅਮਰੀਕਾ 20 ਸਾਲ ਉੱਥੇ ਰਿਹਾ ਤੇ ਜਿੱਥੇ ਆਪਾਂ 20 ਸਾਲ ਰਹਿੰਦੇ ਆ ਤੇ ਜਿੱਥੇ ਆਪਾਂ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਦੇ ਆ, ਆਪਾਂ ਨੇ ਬਹੁਤ ਸਾਰੇ ਡਾਲਰ ਵੀ ਜਿਹੜੇ ਨੇ ਉੱਥੇ ਖਰਚ ਦਿੱਤੇ ਹੋਣ, ਸਭ ਕੁਛ ਉੱਥੇ ਕੀਤਾ ਹੋਵੇ, ਉੱਥੇ ਰਹਿ ਕੇ ਉੱਥੋਂ ਦੇ ਵਾਤਾਵਰਨ ਦੇ ਸੰਬੰਧੀ, ਉੱਥੇ ਲੋਕਾਂ ਦੇ ਸੰਬੰਧੀ, ਉੱਥੇ ਲੋਕਾਂ ਦੇ ਨਾਲ ਆਪਸੀ ਸੰਬੰਧ ਜਿਹੜੇ ਨੇ ਉਹ ਕਿੱਦਾਂ ਦੇ ਨੇ, ਸਾਰਾ ਕੁਛ ਉੱਥੇ ਉਹ ਚੀਜ਼ਾਂ ਨੂੰ ਦੇਖਿਆ ਵਾਚਿਆ। ਤੇ ਉੱਥੇ ਉਹਨਾਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਜਿਸ ਤਰ੍ਹਾਂ ਦੇ ਨਾਲ ਰਿਪੋਰਟ ਕਰਦੀਆਂ ਨੇ ਉਹਦੇ ਮੁਤਾਬਕ ਦੁਨੀਆ ਦਾ ਜਿਹੜਾ ਰਿਐਕਸ਼ਨ ਜਿਹੜਾ ਸੀਗਾ ਉਹ ਹੋ ਰਿਹਾ ਸੀਗਾ। ਪਰ ਜਿਸ ਤਰ੍ਹਾਂ ਦੇ ਨਾਲ ਇੰਨੀ ਤੇਜ਼ੀ ਦੇ ਨਾਲ ਹਾਲਾਤ ਬਦਲ ਗਏ ਤੇ ਅੱਜ ਉੱਥੇ ਜੋ ਤਸਵੀਰਾਂ ਆ ਰਹੀਆਂ ਨੇ, ਜੋ ਵੀਡੀਓ ਆ ਰਹੀਆਂ ਨੇ, ਜਿਸ ਤਰ੍ਹਾਂ ਦੇ ਉੱਥੇ ਹਾਲਾਤ ਬਣ ਗਏ, ਤੇ ਅੱਜ ਲੋਕਾਂ ਦੇ ਮਨ 'ਚ ਇੱਕ ਸਵਾਲ ਪੈਦਾ ਹੁੰਦਾ ਕਿ ਅਮਰੀਕਾ ਵਰਗੀ ਜਿਹੜੀ ਵਰਲਡ ਦੀ ਸੁਪਰ ਪਾਵਰ ਆਪਣੇ ਆਪ ਨੂੰ ਕਹਿੰਦੇ ਨੇ, ਕਿ ਉਹਨਾਂ ਦਾ ਖੁਫੀਆ ਏਜੰਸੀਆਂ ਦਾ ਜਿਹੜਾ ਸਾਰਾ ਜੋ ਵੀ ਉਹਨਾਂ ਦਾ ਤਾਣਾ ਬਾਣਾ ਸੀਗਾ ਉਹ ਵੀ ਫੇਲ ਹੋਇਆ, ਸਾਹਮਣੇ ਨਜ਼ਰ ਆ ਰਿਹਾ ਹੈਗਾ। ਕਿਉਂਕਿ ਜੇ ਚਲੋ 90 ਦਿਨ ਉਹਨਾਂ ਨੇ ਕਹੇ ਸੀਗੇ ਤੇ ਉਸ ਤੋਂ ਅੱਧ ਤੱਕ ਵੀ ਕਿਹਾ ਜਾ ਸਕਦਾ ਸੀਗਾ, ਕੁਝ ਲੋਕਾਂ ਨੂੰ ਸਮਝਣ ਦਾ, ਕੁਝ ਸੋਚਣ ਦਾ ਟਾਈਮ ਦਿੱਤਾ ਜਾ ਸਕਦਾ ਸੀਗਾ, ਦੇਖਿਆ ਜਾ ਸਕਦਾ ਸੀਗਾ, ਲੋਕਾਂ ਨੂੰ ਕੱਢਿਆ ਜਾ ਸਕਦਾ ਸੀਗਾ। ਜੇ ਮੈਂ ਆਪਣੇ ਇੱਕ ਸਾਈਡ ਦੇ ਉੱਤੇ ਦੇਖਾਂ ਕਿ ਚਲੋ ਬਾਕੀ ਰਾਸ਼ਟਰਪਤੀ ਦਾ ਦੇਸ਼ ਨੂੰ ਛੱਡ ਜਾਣਾ ਜਾਂ ਉਹਦੀ ਬਾਅਦ 'ਚ ਜਾ ਕੇ ਸਟੇਟਮੈਂਟ ਕਿ ਮੈਂ ਖੂਨ ਖਰਾਬਾ ਨਹੀਂ ਕਰਨਾ ਚਾਹੁੰਦਾ ਜਾਂ ਮੈਨੇ ਕਿ ਖੂਨ ਖਰਾਬੇ 'ਚ ਪੈਣਾ ਨਹੀਂ ਚਾਹੁੰਦਾ, ਇਹ ਜਿਹੜੀਆਂ ਨੇ ਸਾਰੀਆਂ ਬਾਅਦ ਵਿੱਚ ਦੀਆਂ ਸਟੇਟਮੈਂਟ ਜਿਹੜੀਆਂ ਨੇ ਉਹ ਦੇਣੀਆਂ, ਕਿਉਂਕਿ ਆਪ ਤੇ ਨੋਟਾਂ ਦੇ ਭਰ ਕੇ ਜਹਾਜ਼ ਤੇ ਸਾਰਾ ਕੁਛ ਕਰਕੇ ਆਪ ਉਹ ਜਿੰਨਾ ਕੁ ਲੁਟਾ ਕੇ ਉਹ ਤਾਂ ਗਿਆ ਦੌੜ। ਅੱਜ ਉਹ ਕਿੱਥੇ ਹੋਏਗਾ ਕਿਹਾ ਨਹੀਂ ਜਾ ਸਕਦਾ ਕਿ ਕਿੱਥੇ ਹੋਏਗਾ, ਪਰ ਲੱਗਦਾ ਕਿ ਉਹ ਸ਼ਾਇਦ ਹੋ ਸਕਦਾ ਕਿ ਇੰਡੀਆ ਪਹੁੰਚ ਗਿਆ ਹੋਵੇ,
ਕਿਉਂਕਿ ਉੱਥੇ ਹੀ ਉਹਦਾ ਟਿਕਾਣਾ ਜਿਹੜਾ ਸੀਗਾ ਉਹ ਬਣਦਾ ਸੀਗਾ। ਹੈ ਤਾਂ ਇਹਨਾਂ ਦੇ ਸੀ, ਕਿਉਂਕਿ ਪਾਰਲੀਮੈਂਟ ਸਾਰੀ ਇਹਨਾਂ ਨੇ ਬਣਾ ਕੇ ਦਿੱਤੀ ਸੀ 2015 ਦੇ ਵਿੱਚ, ਤੇ ਉਦੋਂ ਇਹਨਾਂ ਦਾ ਹੀ ਸੀਗਾ ਸਾਰਾ। ਅਮਰੀਕਾ ਦਾ ਤਾਂ ਚਲੋ ਹੈ ਹੀ ਸੀਗਾ। ਸੋ ਅੱਜ ਜਿਹੜੀ ਸਥਿਤੀ ਉੱਥੇ ਲੋਕਾਂ ਦੀ ਬਣ ਗਈ, ਜਿਹੜੇ ਆਮ ਪਬਲਿਕ ਆ ਜਿਹੜੀ ਦੌੜ ਭੱਜ ਰਹੀ ਆ ਆਪਣੀਆਂ ਜਾਨਾਂ ਬਚਾਉਣ ਵਾਸਤੇ ਉੱਤੇ, ਕਿਉਂਕਿ ਹਰ ਬੰਦਾ ਜਿਹੜਾ ਉਹਨੂੰ ਇੱਕ ਡਰ ਆ, ਉਹਨੂੰ ਇੱਕ ਉਹਦੇ ਦਿਮਾਗ ਦੇ ਉੱਤੇ ਬਰਡਨ ਪਿਆ ਹੋਇਆ, ਉਹਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਆ ਕਿ ਅਸੀਂ ਜਿਹੜੀ ਅਫਗਾਨਿਸਤਾਨ ਦੇ ਵਿੱਚ ਇਸ ਟਾਈਮ ਦੇ ਉੱਤੇ ਤਾਲਿਬਾਨ ਦੀ ਆਈਡੀਓਲੋਜੀ ਆ, ਜਿਹੜੇ ਉਹਦੇ ਨਾਲੋਂ ਵਖਰੇਵਾਂ ਰੱਖਦੇ ਨੇ, ਉਹਨਾਂ ਨੂੰ ਇਦਾਂ ਲੱਗਦਾ ਕਿ ਅਸੀਂ ਜਿਹੜਾ ਹੈ ਬੜੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਨਰਕ ਵਿੱਚ ਜਿਹੜੀ ਉਹ ਪੈ ਜਾਏਗੀ। ਸੋ ਸਿੱਖ ਨੁਕਤਾ ਨਿਗਾਹ ਤੋਂ ਜੇ ਇਸ ਚੀਜ਼ ਨੂੰ ਦੇਖਣਾ ਹੋਵੇ ਤਾਂ ਤਕਰੀਬਨ 250 ਪਰਿਵਾਰ ਇਸ ਟਾਈਮ ਦੇ ਉੱਤੇ ਕਾਬਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਉਹਦੇ ਵਿੱਚ ਕੁਝ ਹੋਰ ਹਿੰਦੂ ਪਰਿਵਾਰ ਵੀ ਬੈਠੇ ਹੋਏ ਨੇ। ਸੋ ਉੱਥੇ ਜਿਹੜੇ ਲੋਕ ਨੇ ਉਹ ਉੱਥੇ ਬੈਠੇ ਨੇ। ਕੈਨੇਡਾ ਨੇ ਵੀ ਕਿਹਾ ਹੈਗਾ ਕਿ ਅਸੀਂ ਵੀ ਜਿਹੜਾ ਹੈ ਉਹ ਉੱਥੋਂ ਲੋਕਾਂ ਨੂੰ ਸੇਫ ਕੱਢਣ ਦੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਆ, ਤੇ ਇਹ ਚਲੋ ਫਰਜ਼ ਵੀ ਬਣਦਾ ਹੁੰਦਾ ਜਦੋਂ ਹਿਊਮਨ ਰਾਈਟਸ ਵਰਗੀਆਂ ਏਜੰਸੀਜ਼ ਜਿਹੜੀਆਂ ਨੇ, ਜਾਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ। ਸੋ ਫਰਜ਼ ਵੀ ਬਣਦਾ ਹੈਗਾ ਇਸ ਟਾਈਮ ਦੇ ਉੱਤੇ ਕਿ ਮਨੁੱਖੀ ਜਿਹੜੇ ਅਧਿਕਾਰ ਨੇ ਉਹਨਾਂ ਦੀ ਜਿਹੜੀ ਹੈ ਪਾਲਣਾ ਜਿਹੜੀ ਉਹ ਕੀਤੀ ਜਾਵੇ। ਦੂਸਰਾ ਪੱਖ ਅਗਰ ਵੇਖਣਾ ਹੋਵੇ ਤੇ ਇਸ ਟਾਈਮ ਦੇ ਉੱਤੇ ਇੱਕ ਭਾਰਤੀ ਮੀਡੀਆ ਦੇ ਵਿੱਚ ਪ੍ਰਾਪੇਗੰਡਾ ਚੱਲ ਰਿਹਾ ਕਿ ਦੇਖੋ ਜੀ ਉੱਥੇ ਤਾਂ ਆਤੰਕੀਆਂ ਨੇ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਉੱਥੇ ਕਬਜ਼ਾ ਕਰ ਲਿਆ। ਉਹ ਆਪਣੀ ਸਟੇਟਮੈਂਟ ਜਿੱਦਾਂ ਦੀ ਉਹਨਾਂ ਦੀ ਆਪਣੀ ਇੱਕ ਲੀਹ ਦੇ ਉੱਤੇ ਚੱਲਦੇ ਨੇ, ਉਸ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਲੀਹ ਦੇ ਉੱਤੇ ਚੱਲ ਰਹੇ ਨੇ। ਸਿਆਣਪ ਵਾਲੀ ਗੱਲ ਉਹਨਾਂ ਨੇ ਕਦੀ ਕਰਨੀ ਨਹੀਂ, ਉਹਨਾਂ ਨੇ ਕੋਈ ਸਿਆਣਪ ਤਾਂ ਸੋਚਣੀ ਨਹੀਂ ਗੀ, ਕਿਉਂਕਿ ਜਿਹੜਾ ਬੰਦਾ ਮੌਕੇ ਦੀ ਨਿਜਾਗਤ ਨੂੰ ਨਹੀਂ ਦੇਖਦਾ ਹੈਗਾ, ਉਹਨੂੰ ਤੁਸੀਂ ਜੇ ਉਹ ਫਿਰ ਵੀ ਆਪਣੇ ਉਸ ਲੀਹਾਂ ਦੇ ਉੱਤੇ ਚੱਲੀ ਜਾਂਦਾ ਹੈਗਾ, ਤਾਂ ਫਿਰ ਮੈਨੂੰ ਲੱਗਦਾ ਕਿ ਇਹ ਇੱਕ ਬਚਪਨਾ ਨਹੀਂ ਕਿਹਾ ਜਾ ਸਕਦਾ, ਇੱਕ ਬੇਵਕੂਫੀ ਦਾ ਨਾਮ ਇਸ ਨੂੰ ਜਿਹੜਾ ਉਹ ਦਿੱਤਾ ਜਾ ਸਕਦਾ ਹੈਗਾ। ਸੋ ਇਸ ਟਾਈਮ ਦੇ ਉੱਤੇ ਜਦੋਂ ਤੁਸੀਂ ਆਪਣੇ ਭਾਈਚਾਰੇ ਨੂੰ ਉੱਥੋਂ ਕੱਢਣਾ ਤਾਂ ਜਾਂ ਆਪਣੇ ਭਾਈਚਾਰੇ ਨੂੰ ਉੱਥੋਂ ਵਾਪਸ ਲਿਆਉਣਾ, ਤਾਂ ਫਿਰ ਡਾਇਲਾਗਸ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਕੱਢ ਕੇ ਸੇਫ ਕਰਕੇ ਉਹਨਾਂ ਨੂੰ ਜਿਹੜਾ ਹੈ ਵਾਪਸ ਕਿਤੇ ਨਾ ਕਿਤੇ ਜਿਹੜੀਆਂ ਵੀ ਜਿਸ ਜਗ੍ਹਾ ਦੇ ਉੱਤੇ ਵੀ ਉਹਨਾਂ ਨੂੰ ਭੇਜਣਾ ਉਹ ਭੇਜਿਆ ਜਾ ਸਕਦਾ ਹੈਗਾ। ਪਰ ਜਿਸ ਤਰ੍ਹਾਂ ਦੇ ਹਾਲਾਤ ਜਿਹੜਾ ਬਾਕੀ ਮੀਡੀਆ ਵੀ ਤਕਰੀਬਨ ਹਾਹਾਕਾਰ ਮੱਚੀ ਹੋਈ ਆ, ਈਵਨ ਦੈਨ ਕਿ ਅਮਰੀਕਾ ਦੇ ਮੀਡੀਆ ਨੂੰ ਤੁਸੀਂ ਦੇਖ ਲਿਓ, BBC ਨੂੰ ਦੇਖ ਲਓ, ਬਾਕੀ ਸਾਰਾ ਕੁਝ ਜਿੰਨਾ ਵੀ ਜੇ ਸਾਰੇ ਵਰਲਡ ਦੇ ਮੀਡੀਆ ਨੂੰ ਤੁਸੀਂ ਦੇਖੋ ਤੇ ਕਿੱਦਾਂ ਹਾਹਾਕਾਰ ਜਿਹੜੀ ਆ ਉਹ ਮੱਚੀ ਹੋਈ ਆ। ਸਵਾਲ ਇੱਥੇ ਇੱਕ ਵੱਡਾ ਇਹ ਪੈਦਾ ਇਹੀ ਬਾਰ-ਬਾਰ ਜਿਹੜਾ ਹੁੰਦਾ ਹੈਗਾ ਕਿ ਕੀ ਸਾਰੇ ਜਿੰਨੇ ਵੀ ਇਹ ਸਾਰਾ ਕੁਝ ਹਾਲਾਤ ਬਣੇ ਨੇ, ਕਿ ਇਹਨਾਂ ਤੋਂ ਜਿਹੜੇ ਬਾਕੀ ਜਿਹੜੇ ਦੇਸ਼ ਸੀਗੇ ਉਹ ਜਾਣੂ ਹੀ ਨਹੀਂ ਸੀਗੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਉਹ ਜਿਹੜੇ 20 ਸਾਲ ਤੋਂ ਲਗਾਤਾਰ ਲੜ ਰਹੇ ਨੇ, ਉਹ ਉਹਨਾਂ ਦੀ ਜਿਹੜੀ ਦਿਮਾਗ ਦੀ ਜਾਂ ਉਹਨਾਂ ਦੀ ਆਪਣੀ ਆਈਡੀਓਲੋਜੀ ਆ, ਜਿਸ ਪਰੰਪਰਾ ਨੂੰ ਉਹ ਬਿਲੋਂਗ ਕਰਦੇ ਨੇ, ਜਿਸ ਪਰੰਪਰਾ 'ਚ ਉਹ ਜੀਏ ਨੇ, ਮਰੇ ਨੇ, ਜਿਸ ਵਾਸਤੇ ਉਹਨਾਂ ਨੇ ਇੰਨਾ ਸਮਾਂ ਜਿਹੜਾ ਉਹ ਲੜਾਈ ਕੀਤੀ ਹੈਗੀ ਆ, ਉਹ ਕਿਸੇ ਸਟੇਜ ਦੇ ਉੱਤੇ ਜਾ ਕੇ ਰੁਕਣਗੇ? ਜਾਂ ਉਹਨਾਂ ਦੀ ਇੰਨੀ ਕੁ ਜ਼ਿਆਦਾ ਉਹ ਹੈਗੀ ਆ ਕਿ ਅਸੀਂ ਆਪਣੀ ਜਿਹੜੀ ਸੱਤਾ ਨੂੰ ਪੂਰਾ ਕਾਇਮ ਕਰਨਾ ਔਰ ਆਪਣਾ ਇੱਕ ਜਿਹੜਾ ਦੇਸ਼ ਆ ਉਹਨੂੰ ਅਲੱਗ ਤਰੀਕੇ ਨਾਲ ਚਲਾਉਣਾ ਹੈਗਾ, ਉਹ ਕਿੱਦਾਂ ਰੋਕ ਸਕਦੇ ਸੀਗੇ? ਸੋ ਇੱਥੇ ਆ ਕੇ ਜਿਹੜਾ ਮੇਨ ਜਿਹੜਾ ਦੇਸ਼ ਸੀਗਾ ਜਿਸ ਦੇ ਉੱਤੇ ਸਾਰਾ ਕੁਝ ਨਿਰਭਰ ਕਰ ਰਿਹਾ ਸੀਗਾ, ਜਦ ਉਹਦੀਆਂ ਏਜੰਸੀ ਜਿਹੜੀਆਂ ਨੇ ਇੱਕ ਕਿਸਮ ਦਾ ਫੇਲੀਅਰ ਹੋ ਗਿਆ ਉਹਨਾਂ ਦਾ, ਤਾਂ ਉੱਥੇ ਫਿਰ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਜ਼ਾਹਰ ਕਰਨਾ ਵੀ ਜਿਹੜਾ ਉਹ ਜਾਇਜ਼ ਹੀ ਹੈਗਾ, ਉਹਦੇ ਤੇ ਫਿਰ ਕੋਈ ਨਜਾਇਜ਼ ਤਾਂ ਨਹੀਂ ਕਿਹਾ ਜਾ ਸਕਦਾ ਹੈਗਾ। ਦੂਸਰੀ ਗੱਲ ਹੈ ਕਿ ਉਹ ਵੀ ਆਪਾਂ ਉਹਨਾਂ ਨੂੰ ਇੰਨਾ ਕਰੂਰਤਾ ਨਾਲ ਨਹੀਂ ਸਾਨੂੰ ਦੇਖਣਾ ਚਾਹੀਦਾ ਹੈਗਾ। ਹਾਲਾਤ ਇਹ ਨੇ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਉੱਥੇ ਲੋਕਾਂ ਨੂੰ ਸੇਫ ਕਿਵੇਂ ਕੀਤਾ ਜਾਵੇ। ਇਹਨਾਂ ਤੇ ਉਹ ਵੀ ਸਮਝ ਗਏ ਨੇ 20 ਸਾਲ ਲੜ ਕੇ, ਜਦ ਉਹਨਾਂ ਨੇ ਡਾਇਲਾਗਸ ਦੀ ਗੱਲ ਕਰਨੀ ਜਿਹੜੀ ਆ ਉਹ ਚਾਹ ਰਹੇ ਨੇ, ਕਿਉਂਕਿ ਦੇਖੋ ਲੜਾਈ ਜਿੰਨਾ ਮਰਜ਼ੀ ਇਨਸਾਨ ਲੜਾਕਾ ਹੋਵੇ, ਕਿਤੇ ਨਾ ਕਿਤੇ ਉਹ ਜਾ ਕੇ ਉਹ ਵੀ ਥੱਕਦਾ ਹਾਰਦਾ ਤਾਂ ਹੈ ਹੀ ਆ। ਉਹ ਵੀ ਇਹ ਚੀਜ਼ ਚਾਹੁੰਦਾ ਹੈ ਕਿ ਲਓ ਜੀ ਹੁਣ ਮੇਰੀ ਜਿਹੜੀ ਮੇਰੀ ਮਨ ਦੀ ਤਮੰਨਾ ਉਹ ਪੂਰੀ ਹੋ ਰਹੀ ਆ ਜਾਂ ਪੂਰੀ ਹੋ ਗਈ ਆ,
ਤੇ ਹੁਣ ਮੈਂ ਆਪਣਾ ਰਾਜ ਕਿਵੇਂ ਚਲਾਉਣਾ। ਉਹ ਗੱਲ ਅਲੱਗ ਆ ਕਿ ਕਿਸੇ ਦੀ ਆਈਡੀਓਲੋਜੀ ਦੇ ਨਾਲ ਅਸੀਂ ਜਾਂ ਤੁਸੀਂ ਜਾਂ ਕੋਈ ਬੰਦਾ ਸਹਿਮਤ ਹੁੰਦਾ ਜਾਂ ਨਹੀਂ ਸਹਿਮਤ ਹੁੰਦਾ, ਉਹ ਉਹਨਾਂ ਦਾ ਇੱਕ ਵੱਖਰੀ ਚੀਜ਼ ਆ। ਪਰ ਇਹਨੂੰ ਹੁਣ ਇਸ ਤਰ੍ਹਾਂ ਦੇ ਨਾਲ ਨਹੀਂ ਲੈਣਾ ਚਾਹੀਦਾ ਕਿ ਤੁਸੀਂ ਉਹਨਾਂ ਦੇ ਉੱਤੇ ਆਪਾਂ ਉਹਨਾਂ ਨੂੰ ਇਸ ਠੱਪੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰੀ ਕਿ ਦੇਖੋ ਜੀ ਹੁਣ ਉਹਨਾਂ ਨੇ ਤਾਂ ਆਤੰਕੀ ਫੈਲਾ ਦੇਣਾ, ਉਹਨਾਂ ਨੇ ਸਾਰਾ ਕੁਝ ਉਹ ਜਿੱਦਾਂ ਉਹ ਕਰਦੇ ਆਏ ਨੇ ਉਸ ਤਰ੍ਹਾਂ ਨਾਲ ਕਰ ਰਹਾ। ਇਹ ਦੇਖੋ, ਜਦੋਂ ਕੋਈ ਬੰਦਾ ਕਿਸੇ ਪ੍ਰਾਪਤੀ ਵਾਸਤੇ ਲੜ ਰਿਹਾ ਹੁੰਦਾ, ਉਦੋਂ ਇੱਕ ਅਲੱਗ ਜਿਹੜਾ ਮੋੜ ਹੁੰਦਾ, ਤੇ ਜਦੋਂ ਉਹ ਚੀਜ਼ ਦੀ ਪ੍ਰਾਪਤੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹ ਅਲੱਗ ਤਰੀਕੇ ਨਾਲ ਦੇਖਦਾ। ਉਹਨਾਂ ਨੂੰ ਵੀ ਪਤਾ ਕਿ ਮੈਂ ਬਾਕੀ ਦੇਸ਼ਾਂ ਦੇ ਨਾਲ ਕਿਵੇਂ ਡਿਪਲੋਮੈਟਿਕਲੀ ਆਪਾਂ ਕਿਸ ਤਰ੍ਹਾਂ ਦੇ ਨਾਲ ਕਿਸੇ ਦੇ ਨਾਲ ਜਿਹੜਾ ਉਹ ਮਿਲ ਵਰਤਨ ਕਰਨਾ, ਕਿੱਦਾਂ ਉਹਨਾਂ ਦੇ ਨਾਲ ਰਹਿਣਾ, ਬਾਕੀ ਸੰਸਾਰ ਕਿੱਧਰ ਨੂੰ ਜਾ ਰਿਹਾ। ਉਹ ਠੀਕ ਆ ਕਿ ਉਹਨਾਂ ਦੀਆਂ ਪਰੰਪਰਾਵਾਂ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਉਹ ਜਿੱਦਾਂ ਆਮ ਲੋਕਾਂ ਦਾ ਕਹਿਣਾ ਕਿ ਉਹ ਬਹੁਤ ਪਿੱਛੇ ਦੇ ਲੈਵਲ ਦੇ ਉੱਤੇ, ਜਾਂ ਆਪਾਂ ਕਹਿ ਸਕਦੇ ਹੈਗੇ ਕਿ ਪਛੜੇ ਹੋਏ ਚੀਜ਼ ਨਾਲ ਉਹ ਸੋਚਦੇ ਨੇ। ਉਹਨਾਂ ਦੀ ਆਪਣੀ ਆਈਡੀਓਲੋਜੀ ਹੋ ਸਕਦੀ ਆ, ਉਹਨੂੰ ਤੁਸੀਂ ਉਸ ਤੋਂ ਅਨਕਾਰੀ ਨਹੀਂ ਹੋਇਆ ਜਾ ਸਕਦਾ ਹੈਗਾ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਉੱਥੋਂ ਜਿਹੜੇ ਲੋਕ ਨਿਕਲਣਾ ਚਾਹੁੰਦੇ ਨੇ, ਚਾਹੇ ਉਹ ਸਿੱਖ ਭਾਈਚਾਰੇ ਦੇ ਲੋਕ ਨੇ, ਸਿੱਖ ਨੇ, ਜਾਂ ਹਿੰਦੂ ਭਾਈਚਾਰੇ ਦੇ ਲੋਕ ਨੇ, ਜਾਂ ਹੋਰ ਜਿਹੜੇ ਲੋਕ ਉੱਥੋਂ ਨਿਕਲਣਾ ਚਾਹੁੰਦੇ ਨੇ, ਉਹਨਾਂ ਨੂੰ ਕਿੱਦਾਂ ਸੇਫ ਜਿਹੜਾ ਉਹ ਬਾਹਰ ਜਿਹੜਾ ਉਹ ਲੋਕ ਜਿਹੜੇ ਨੇ ਉਹ ਜਿਹੜੇ ਦੇਸ਼ ਕਹਿ ਰਹੇ ਨੇ ਕਿ ਅਸੀਂ ਪਨਾਹ ਦੇਵਾਂਗੇ, ਉਹ ਕਿੱਦਾਂ ਨਿਕਲਣਾ ਚਾਹੀਦੇ। ਸਵਾਲ ਤਾਂ ਇਹ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਉਹਨਾਂ ਦੇ ਉੱਤੇ ਠੱਪੇ ਜਿਹੜੇ ਨੇ ਉਹ ਲਾਏ ਜਾਣ। ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਆਪਾਂ ਨੂੰ ਇੱਕ ਵਕਫੇ ਲਈ ਇੱਥੇ ਰੁਕਣਾ ਪੈਣਾ। ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਅੱਗੇ ਆਪਾਂ ਜਿਹੜਾ ਹੈ ਉਹ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਉਸ ਖਿੱਤੇ ਦੇ ਵਿੱਚ ਬਣ ਸਕਦੇ ਹੈਗੇ ਨੇ, ਕੀ ਸੰਭਾਵਨਾਵਾਂ ਨੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों को सत श्री अकाल। मैं केविन गुरबाल लेके आ रही हूँ प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो contact tv16toronto@gmail.com। ਜਾਂ टेक्स्ट मैसेज और व्हाट्सएप करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ।
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ ਤੇ ਆਓ ਆਪਾਂ ਅੱਗੇ ਗੱਲਬਾਤ ਜਿਹੜੀ ਹੈ ਉਹ ਕਰਦੇ ਹੈਗੇ ਆ। ਅਗਰ ਤੁਸੀਂ ਕੋਈ ਸੁਝਾਅ ਜਾਂ ਕੋਈ ਸਾਡੇ ਤੱਕ ਤੁਸੀਂ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 9058725259 ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸਾਡੀ ਅੱਜ ਕੋਸ਼ਿਸ਼ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਬਲ ਅਫਗਾਨਿਸਤਾਨ ਦੇ ਵਿੱਚ ਜੁੜੀਏ, ਪਰ ਉੱਥੇ ਸਾਡਾ ਸੰਪਰਕ ਨਹੀਂ ਹਾਲੇ ਤੱਕ ਹੋ ਪਾ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੋਂ ਅਸੀਂ ਉੱਥੋਂ ਦੇ ਹਾਲਾਤਾਂ ਬਾਰੇ ਗੱਲਬਾਤ ਕਰਕੇ ਤੁਹਾਡੇ ਨਾਲ ਜਿਹੜੀ ਹੈ ਉਹ ਪਹੁੰਚਦੀ ਕਰੀਏ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈ ਜੇ ਅੱਜ ਹੋ ਸਕੇ ਤਾਂ ਅੱਜ, ਨਹੀਂ ਤਾਂ ਫਿਰ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਉੱਥੇ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਸਕੇ। ਤਾਂ ਆਓ ਆਪਾਂ ਅੱਗੇ ਗੱਲਬਾਤ ਕਰਦੇ ਹੈਗੇ ਆ ਕਿ ਸਾਊਥ ਏਸ਼ੀਆ ਦੀ ਜਿਹੜੀ ਪੋਲੀਟਿਕਸ ਹੈਗੀ ਆ ਜਾਂ ਜਿਹੜਾ ਪੋਲੀਟੀਕਲ ਸਟਰਕਚਰ ਹੈਗਾ, ਉਹ ਬਹੁਤ ਵੱਡੇ ਬਦਲਾਵ ਉਹਦੇ ਵਿੱਚ ਜਿਹੜੇ ਨੇ ਉਹ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ। ਇਹ ਸਾਨੂੰ ਅੱਜ ਇਸ ਤਰ੍ਹਾਂ ਦੇ ਨਾਲ ਲੱਗ ਰਿਹਾ ਕਿ ਠੀਕ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਕਬਜ਼ਾ ਕਰ ਲੈਣਗੇ ਅਤੇ ਉਹਨਾਂ ਦਾ ਕਬਜ਼ਾ ਹੋ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਖਿੱਤੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰਾਜ ਸਿਰਫ ਉਸ ਏਰੀਏ ਦੇ ਵਿੱਚ ਦੇਖਣ ਨੂੰ ਮਿਲੇਗਾ। ਸੋ ਇਸ ਤਰ੍ਹਾਂ ਦੇ ਨਾਲ ਨਹੀਂ ਹੋਏਗਾ, ਬਹੁਤ ਕੁਛ ਹਾਲਾਤ ਬਦਲਣਗੇ। ਜਿੱਦਾਂ ਮੈਂ ਬ੍ਰੇਕ ਤੋਂ ਪਹਿਲਾਂ ਇਹ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਜੋ ਕੁਛ ਉੱਥੇ ਹੋਇਆ ਪਿਛਲੇ 20 ਸਾਲ ਦੇ ਵਿੱਚ, 20 ਸਾਲਾਂ ਦੇ ਵਿੱਚ ਉਹਨਾਂ ਨੇ ਵੀ ਬਹੁਤ ਕੁਝ ਸਿੱਖਿਆ। ਇਹਦੇ 'ਚ ਦੋ ਰਹਿਵਾਂ ਨਹੀਂ ਹੈ। ਉਹਨਾਂ ਨੇ ਵੀ ਡਾਇਲਾਗਸ ਕਰਨੇ ਸਿੱਖੇ, ਉਹਨਾਂ ਨੇ ਕਿਵੇਂ ਆਪਣਾ ਰਾਜ ਨੂੰ ਕਰਨਾ ਹੈਗਾ ਉਹ ਸਿੱਖਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਤਬਦੀਲੀ ਜਿਹੜੀ ਆ ਉਸ ਖਿੱਤੇ ਦੇ ਵਿੱਚ ਆਉਣ ਨੂੰ ਜਿਹੜੀ ਆ ਦੇਖਣ ਨੂੰ ਸਾਨੂੰ ਮਿਲੇਗੀ ਔਰ ਜ਼ਰੂਰ ਮਿਲੇਗੀ ਉਸ ਦੇ ਵਿੱਚ। ਹਾਂ, ਉਹ ਠੀਕ ਹੈ ਕਿ ਉਹਨਾਂ ਦੀ ਆਈਡੀਆਲੋਜੀ ਜਾਂ ਉਹਨਾਂ ਦੀ ਆਪਣੀ ਜਿਹੜੀਆਂ ਜਿਸ ਪਰੰਪਰਾ ਨੂੰ ਉਹ ਬਿਲੋਂਗ ਕਰਦੇ ਨੇ, ਉਹ ਆਪਣੀਆਂ ਪਰੰਪਰਾਵਾਂ ਕੋਈ ਵੀ ਨਹੀਂ ਛੱਡਦਾ ਹੁੰਦਾ। ਜੇ ਕੋਈ ਆਪਣੇ ਧਰਮ ਦੇ ਉੱਤੇ ਚੱਲਦਾ ਜਾਂ ਆਪਣੀ ਆਈਡੀਆਲੋਜੀ ਨੂੰ ਅਪਣਾਏ ਹੋਏ ਨੇ ਅਤੇ ਉਹਨਾਂ ਨੇ ਉਹ ਚੀਜ਼ ਨੂੰ ਨਹੀਂ ਛੱਡਣਾ ਹੈਗਾ, ਉਹਦੇ ਵਿੱਚ ਕੋਈ ਦੋ ਰਹਿਮਾ ਨਹੀਂ। ਉਹਨਾਂ ਨੂੰ ਤੁਸੀਂ ਕੱਟੜਪੰਥੀ ਕਹੋ, ਉਹਨਾਂ ਨੂੰ ਤੁਸੀਂ ਕੁਛ ਵੀ ਉਹਨਾਂ ਨੂੰ ਨਾਮ ਤੁਸੀਂ ਦੇ ਦਿਓ, ਲੇਕਿਨ ਉਹਨਾਂ ਨੇ ਉਹ ਚੀਜ਼ਾਂ ਤੋਂ ਜਿਹੜਾ ਹੈ ਟਸ ਤੋਂ ਮਸ ਹੋਣਾ ਨਹੀਂ। ਜੇ ਉਹ 20 ਸਾਲਾਂ ਦੇ ਵਿੱਚ ਇੱਕ ਜਨਰੇਸ਼ਨ ਉਹਨਾਂ ਦੀ ਜੰਮ ਕੇ ਜਵਾਨ ਹੋ ਗਈ, ਉਸ ਤੋਂ ਪਹਿਲਾਂ ਉਹ ਕਿੰਨਾ ਕੁਛ ਉਹਨਾਂ ਨੇ ਉੱਥੇ ਹੋਇਆ ਬੀਤਿਆ। ਸੋ ਜੋ ਵੀ ਕੁਛ ਉੱਥੇ ਜਿਹੜਾ ਆਪਾਂ ਬਲੱਡ ਬਾਥ ਜੋ ਵੀ ਉੱਥੇ ਹੋਇਆ, ਸੋ ਉਹਦੇ ਤੋਂ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਿੱਖ ਕੇ ਬਹੁਤ ਕੁਛ ਆਉਣ ਵਾਲੇ ਸਮੇਂ 'ਚ ਸਾਨੂੰ ਦੇਖੇਗਾ। ਅੱਜ ਸਾਰਾ ਕੁਛ ਸਮੇਂ ਦੀ ਬੁੱਕਲ 'ਚ ਸਾਨੂੰ ਤਾਂ ਇਸ ਤਰ੍ਹਾਂ ਦੇ ਨਾਲ ਲੱਗ ਰਿਹਾ, ਅੱਜ ਕੁਛ ਵੀ ਕਿਹਾ ਜਾ ਸਕ ਰਿਹਾ ਹੈਗਾ। ਇਸੇ ਕਰਕੇ ਮੈਂ ਕਹਿ ਰਿਹਾ ਹੈਗਾ ਕਿ ਅੱਜ ਜਿਹੜੇ ਰਿਲੇਟਡ ਜਿਹੜੇ ਕੋਈ ਜਿਨ੍ਹਾਂ ਦੀ ਹੱਦ ਉਸ ਦੇਸ਼ ਦੇ ਨਾਲ ਲੱਗਦੀ ਆ ਜਾਂ ਨਹੀਂ ਲੱਗਦੀ ਹੈਗੀ, ਇਹ ਅੱਜ ਜੋ ਅਸੀਂ ਕੁਛ ਬੋਲ ਰਹੇ ਹਾਂ ਜਾਂ ਜੋ ਅਸੀਂ ਕੁਛ ਕਹਿ ਰਹੇ ਹਾਂ, ਅਸੀਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਹੈਗੇ ਆ, ਸਪੈਸ਼ਲੀ ਪਾਕਿਸਤਾਨ, ਸ਼੍ਰੀਲੰਕਾ, ਚਾਈਨਾ, ਇੰਡੀਆ, ਜੋ ਵੀ ਇਸ ਟਾਈਮ ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਨਾ, ਉਹਨੂੰ ਹਮੇਸ਼ਾ ਆਪਣੀ ਸੂਝ-ਬੂਝ ਤੋਂ ਕੰਮ ਜਿਹੜਾ ਹੈ ਉਹ ਲੈਣਾ ਪਵੇਗਾ। ਕਿਉਂਕਿ ਅੱਜ ਤਾਂ ਉਹ ਆਪਣੇ ਰੁਝੇਵੇਂ ਦੇ ਵਿੱਚ ਆਪਣੀ ਸੱਤਾ ਨੂੰ ਉਹ ਕਿੱਦਾਂ ਨਾਲ ਉਹਨਾਂ ਨੇ ਚਲਾਉਣਾ ਹੈਗਾ, ਕਿੱਦਾਂ ਉਹਨਾਂ ਨੇ ਆਪਣਾ ਰਾਜ ਭਾਗ ਨੂੰ ਅੱਗੇ ਚਲਾਉਣਾ, ਉਹਨਾਂ ਵੱਲ ਧਿਆਨ ਆ। ਪਰ ਕੁਛ ਜਿਹੜੀਆਂ ਚੀਜ਼ਾਂ ਰਿਕਾਰਡਡ ਹੋ ਰਹੀਆਂ ਨੇ, ਇਤਿਹਾਸ ਦੇ ਪੰਨਿਆਂ 'ਤੇ ਵੀ ਲਿਖੀਆਂ ਜਾਣੀਆਂ ਨੇ, ਇਤਿਹਾਸ ਦੇ ਵਿੱਚ ਸਾਰਾ ਕੁਛ ਲਿਖਿਆ ਵੀ ਜਾਣਾ, ਜਾਂ ਜੋ ਕੁਛ ਹੋ ਰਿਹਾ ਉਹ ਅੱਜ ਇਹ ਵੀ ਉਹ ਚੀਜ਼ ਦੇ ਉੱਤੇ ਨਜ਼ਰ ਰੱਖਣਗੇ ਕਿ ਜਿਹੜੀ ਸਾਡੀ ਜਦੋਂ ਅਸੀਂ ਇਹ ਰਾਜ ਨੂੰ ਪ੍ਰਾਪਤ ਕਰ ਰਹੇ ਸੀਗੇ ਅਤੇ ਸਾਡਾ ਆਲਾ ਦੁਆਲਾ ਗੁਆਂਢ ਜਿਹੜਾ ਸੀਗਾ ਉਹਦੇ ਜਿਹੜੇ ਸੀਗੇ ਉਹਦਾ ਨਜ਼ਰੀਆ ਕੀ ਸੀ, ਉਹ ਕੀ ਸੋਚ ਰਿਹਾ ਸੀ, ਸਾਡੇ ਬਾਰੇ ਕੀ ਸੋਚ ਰਿਹਾ ਸੀਗਾ। ਸੋ ਜੋ ਚੀਜ਼ਾਂ ਉਹ ਸੋਚ ਰਿਹਾ ਤੇ ਜਿੱਦਾਂ ਦਾ ਉਹ ਪ੍ਰਗਟਾਵਾ ਕਰੇਗਾ, ਉਹ ਹਾਲਾਤ ਵੀ ਉਹਨਾਂ ਦੇ ਨਾਲ ਉਸ ਤਰ੍ਹਾਂ ਦੇ ਆਉਣ ਵਾਲੇ ਜਿਹੜੇ ਸੰਬੰਧ ਨੇ ਉੱਦਾਂ ਦੇ ਨਾਲ ਹੀ ਪੈਦਾ ਜਿਹੜੇ ਨੇ ਉਹ ਹੋਣਗੇ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ, ਮੈਂ ਤਾਂ ਸਿੱਖਾਂ ਦੀ ਬਾਰ-ਬਾਰ ਗੱਲ ਕਰਦਾ ਪਿਆ ਕਿ ਇਸ ਟਾਈਮ ਦੇ ਉੱਤੇ ਜਿੰਨੇ ਵੀ ਸਾਡੇ ਸਿੱਖ ਫੈਮਲੀਜ਼ ਉੱਥੇ ਹੈਗੀਆਂ ਨੇ, ਜਾਂ ਜਿਹੜੇ ਕੁਝ
ਆਪਣੇ ਕੁਝ ਪੰਜਾਬ ਦੇ ਵਿੱਚ ਵੀ ਕਈ ਲੋਕ ਜਿਹੜੇ ਨੇ ਭਾਵਕ ਹੋ ਕੇ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਨੇ, ਜਾਂ ਪੋਲੀਟੀਕਲ ਸਟਰਕਚਰ ਕੋਈ ਇਹੋ ਜਿਹੀ ਗੱਲਬਾਤ ਕਰਦੇ, ਜਾਂ ਇੰਡੀਅਨ ਏਜੰਸੀਜ਼ ਦੇ ਉੱਤੇ ਕਹਿਣ ਦੇ ਉੱਤੇ ਕੋਈ ਇਹੋ ਜਿਹੀਆਂ ਗੱਲਾਂ ਕਰਦੇ, ਜਾਂ ਜਿੱਦਾਂ ਉਹਨਾਂ ਦਾ ਮੀਡੀਆ ਗੱਲਬਾਤ ਕਰ ਰਿਹਾ, ਜਾਂ ਜਿੱਦਾਂ ਮੀਡੀਆ ਉਹਨਾਂ ਨੂੰ ਭੰਡ ਰਿਹਾ ਹੈਗਾ। ਇੱਕ ਸਾਈਡ ਦੇ ਉੱਤੇ ਤਾਂ ਅੱਗ ਲੱਗੀ ਪਈ ਆ ਤੇ ਉਹ ਆਪਣਾ ਕੰਮ ਜਿਹੜਾ ਉਹ ਕਰੀ ਜਾ ਰਿਹਾ। ਜਿਸ ਟਾਈਮ ਦੇ ਉੱਤੇ ਕੋਈ ਇੱਕ ਦੇਸ਼ ਜਿਹੜਾ ਹੈ ਉਹ ਆਪਣਾ ਬਣ ਜਾਂਦਾ, ਉਹ ਆਪਣੀ ਦੇਸ਼ ਦੀ ਸੱਤਾ ਜਿਹੜੀ ਉਹ ਲੈ ਲੈਂਦਾ ਹੈਗਾ, ਆਪਣਾ ਰਾਜ ਭਾਗ ਕਾਇਮ ਕਰ ਲੈਂਦਾ ਹੈਗਾ, ਤੇ ਉਹਨੇ ਆਪਣਾ ਪੋਲੀਟੀਕਲ ਜਿਹੜਾ ਸਟਰਕਚਰ ਹੈਗਾ, ਉਹ ਜਿਹੜੇ ਸੰਬੰਧ ਨੇ ਉਸ ਬੇਸ ਦੇ ਉੱਤੇ ਬਣਨਾ ਕਿ ਅਗਲਾ ਮੇਰੇ ਬਾਰੇ ਕੀ ਸੋਚ ਰਿਹਾ, ਅਗਲੇ ਦੀ ਥਿੰਕਿੰਗ ਕੀ ਆ, ਅਗਲੇ ਦੀ ਸੋਚ ਕੀ ਹੈਗੀ ਆ। ਸੋ ਜੇ ਤੁਸੀਂ ਉਸ ਖਿੱਤੇ ਦੇ ਵਿੱਚ ਇਹ ਜਾਂ ਆਮ ਬੰਦਾ ਜਿਹੜਾ ਇਹ ਸੋਚਦਾ ਕਿ ਉਹ ਜਿਹੜਾ ਵੀ ਖਿੱਤਾ ਹੈ ਜਿੱਥੇ ਡਿਸਟਰਬੈਂਸ ਚੱਲੀ ਜਾ ਰਹੀ ਆ, ਜਿੱਥੇ ਸਾਰਾ ਕੁਝ ਆਈਡੀਓਲੋਜੀਕਲੀ ਕਲੈਸ਼ ਹੈਗੇ ਨੇ, ਚਾਹੇ ਉਹ ਜ਼ਮੀਨ ਨੂੰ ਲੈ ਕੇ ਨੇ, ਧਾਰਮਿਕ ਪੱਖ ਆ, ਹੋਰ ਬਹੁਤ ਸਾਰੇ ਪੱਖ ਨੇ। ਸੋ ਜਿੱਥੇ ਇਹ ਸਾਰਾ ਕੁਝ ਚੱਲ ਰਿਹਾ, ਉੱਥੇ ਅਸੀਂ ਇਸ ਟਾਈਮ ਦੇ ਉੱਤੇ ਉਸ ਖਿੱਤੇ ਦੀ ਸ਼ਾਂਤੀ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ, ਨਾ ਕਿ ਸਾਨੂੰ ਉਸ ਬਲਦੀ ਦੇ ਵਿੱਚ ਅੱਗ ਜਿਹੜੀ ਆ ਉਹ ਪਾਉਣੀ ਚਾਹੀਦੀ ਹੈਗੀ ਆ। ਜਿਹੜੇ ਤਾਂ ਲੜ ਰਹੇ ਨੇ ਜਾਂ ਜਿਹੜੇ ਲੜ ਰਹੇ ਸੀ ਇੰਨੇ ਸਮੇਂ ਤੇ, ਉਹਨਾਂ ਨੇ ਇੱਕ ਆਪਣੀ ਪ੍ਰਾਪਤੀ ਵਾਸਤੇ ਉਹ ਲੜਦੇ ਪਏ ਸੀ, ਤੇ ਉਹ ਕੋਈ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਇਹ ਇੱਕ ਅਲੱਗ ਗੱਲ ਆ। ਲੇਕਿਨ ਅੱਜ ਜੇ ਬਾਕੀ ਦੁਨੀਆ ਦੇ ਜਿਹੜੇ ਦੇਸ਼ ਨੇ, ਜਿਹੜੀਆਂ ਸੁਪਰ ਪਾਵਰਸ ਨੇ, ਉਹ ਵੀ ਆਪਣੀ ਬੇਵਸੀ ਜ਼ਾਹਿਰ ਕਰ ਰਹੀਆਂ ਨੇ, ਤੇ ਫਿਰ ਜਿਹੜੇ ਲੋਕ ਬਿਲਕੁਲ ਨਾਲ ਵਸਦੇ ਨੇ, ਉਹਨਾਂ ਨੂੰ ਕੋਈ ਦਿਮਾਗ ਤੋਂ ਕੰਮ ਲੈਣਾ ਨਹੀਂ ਚਾਹੀਦਾ ਹੈਗਾ। ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈਗਾ ਕਿ ਭਾਈ ਇਹ ਸਾਰਾ ਕੁਝ ਸੈਟਲ ਡਾਊਨ ਕੀਤਾ ਜਾਵੇ, ਇਸ ਚੀਜ਼ ਨੂੰ ਉਹ ਕੀਤਾ ਜਾਵੇ। ਮੈਂ ਤਾਂ ਕਰਕੇ ਇਹ ਗੱਲ ਕਰ ਰਿਹਾ ਕਿ ਵਸਦਾ ਹੋਇਆ ਪੰਜਾਬ ਜਿਹੜਾ ਹੈਗਾ, ਉਹ ਅੱਜ ਤੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਸਿੱਧੀ ਅਫਗਾਨਿਸਤਾਨ ਦੇ ਨਾਲ ਸਾਡੀ ਜਿਹੜੀ ਕੋਈ ਹੱਦ ਨਹੀਂ ਲੱਗਦੀ ਪਈ, ਲੇਕਿਨ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਠੀਕ ਹੈ, ਇਮਰਾਨ ਖਾਨ ਦੇ ਅੱਜ ਦੀ ਸਟੇਟਮੈਂਟ ਜਿਹੜੀ ਲੰਗੀ ਹੁਣ ਜਿਹੜੀ ਹੈਗੀ ਆ, ਉਹਦੇ 'ਚ ਸਟੇਟਮੈਂਟ ਦੇਖੋ ਕਿ ਉਹਨਾਂ ਨੇ ਆਪਣੇ ਭਾਵ ਦੇ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ। ਉਹਨਾਂ ਦੇ ਉੱਤੇ ਕੁਝ ਲੋਕਾਂ ਨੂੰ ਉਹ ਨੈਗੇਟਿਵ ਲੱਗਦੀ ਆ, ਕੁਝ ਲੋਕਾਂ ਨੂੰ ਉਹ ਪੋਜ਼ਿਟਿਵ ਲੱਗਦੀ ਹੈਗੀ ਆ। ਕੁਝ ਲੋਕਾਂ ਨੇ ਇਹ ਕਿਹਾ ਕਿ ਇਮਰਾਨ ਖਾਨ ਨੇ ਇਹ ਕਿਹਾ ਕਿ ਉਹਨਾਂ ਨੇ ਗੁਲਾਮੀ ਦੀਆਂ ਜਿਹੜੀਆਂ ਨੇ ਜੰਜੀਰਾਂ ਆਪਣੀਆਂ ਤੋੜ ਦਿੱਤੀਆਂ ਹੈਗੀਆਂ। ਹੁਣ ਜਿਹੜਾ ਬੰਦਾ ਉਸ ਦੇਸ਼ ਦੇ ਵਿੱਚ ਨਹੀਂ ਸੀ, ਜਾਂ ਉਸ ਦੇ ਨਾਲ ਕੋਈ ਸਿੱਧਾ ਜਾਂ ਅਸਿੱਧਾ ਉਹਦਾ ਸੰਬੰਧ ਨਹੀਂ ਸੀਗਾ, ਤੇ ਜਿਹੜੇ ਲੋਕ ਉਹ ਲੜ ਰਹੇ ਸੀਗੇ ਉਹਨਾਂ ਨਾਲ ਉਹਦਾ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ ਸੀਗਾ, ਲੇਕਿਨ ਜਿਹੜੇ ਉਹ ਲੋਕ ਲੜ ਰਹੇ ਸੀਗੇ ਉਹ ਤਾਂ ਆਪਣੀ ਆਜ਼ਾਦੀ ਵਾਸਤੇ ਲੜ ਰਹੇ ਸੀ ਨਾ, ਉਹਨਾਂ ਵਾਸਤੇ ਤਾਂ ਹੈ ਸੀ ਨਾ ਕਿ ਅਸੀਂ ਆਪਣਾ ਰਾਜ ਭਾਗ ਕਾਇਮ ਕਰਨਾ ਹੈਗਾ। ਜਿਹੜੇ ਉਸ ਚੀਜ਼ ਤੋਂ, ਉਸ ਹੱਦਬੰਦੀ ਤੋਂ ਬਾਹਰ ਬੈਠੇ ਹੋਏ ਨੇ, ਉਹ ਆਪਣੇ ਵਿਊ ਕੁਝ ਵੀ ਦੇਣ, ਲੇਕਿਨ ਉਹ ਆਪਣੇ ਵਿਊ ਜਿਹੜਾ ਸਰਾਊਂਡਿੰਗ ਏਰੀਆ ਹੈਗਾ, ਉਹ ਆਪਣੇ ਵਿਊ ਉਸ ਹਿਸਾਬ ਨਾਲ ਹੀ ਇਸ ਟਾਈਮ ਦੇ ਉੱਤੇ ਪ੍ਰਗਟ ਕਰਨ ਕਿ ਸਾਡੇ ਜਿਹੜੀ ਹੱਦਬੰਦੀ ਹੈ ਜਾਂ ਜਿਹੜੀਆਂ ਸਾਡੀਆਂ ਹੱਦਾਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਕਹੀ ਹੋਈ ਗੱਲ ਆ, ਉਸ ਦੇ ਉੱਤੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਫਰਕ ਪਏਗਾ ਜਾਂ ਨਹੀਂ ਪਏਗਾ ਹੈਗਾ। ਮੈਂ ਪੰਜਾਬ ਦੇ ਹਵਾਲੇ ਦੇ ਨਾਲ ਤਾਂ ਕਰਕੇ ਗੱਲ ਕਰਦਾ ਮੈਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਖਿੱਤੇ ਦੇ ਵਿੱਚ ਜਿੰਨੀ ਜ਼ਿਆਦਾ ਡਿਸਟਰਬੈਂਸ ਹੈਗੀ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਹਾਲਾਤ ਬਿਲਕੁਲ ਬਦਲਣੇ ਸ਼ੁਰੂ ਹੋਣਗੇ। ਕਿਉਂਕਿ ਜੇ ਆਪਾਂ ਕਸ਼ਮੀਰ ਦੇ ਹਵਾਲੇ ਦੇ ਨਾਲ ਦੇਖਿਆ ਜਾਵੇ, ਤੇ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਫਗਾਨਿਸਤਾਨ ਤੋਂ ਬਾਅਦ ਉਹਨਾਂ ਦਾ ਧਿਆਨ ਜਿਹੜਾ ਹੈਗਾ ਉਹ ਸਿੱਧਾ ਕਸ਼ਮੀਰ ਤੇ ਆ, ਜੰਮੂ ਐਂਡ ਕਸ਼ਮੀਰ ਦੇ ਉੱਤੇ ਹੈਗਾ। ਸੋ ਇਹਦੇ 'ਚ ਸਪਸ਼ਟ ਹੈ, ਪਾਕਿਸਤਾਨ ਬਿਲਕੁਲ ਸਪਸ਼ਟ ਹੈਗਾ ਆਪਣੀਆਂ ਗੱਲਾਂ ਦੇ ਉੱਤੇ, ਕਿਉਂਕਿ ਉਹ ਮੁਸਲਿਮ ਕੰਟਰੀ ਆ। ਉਹਨਾਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਆਪਸ ਵਿੱਚ ਚਾਹੇ ਜਿੰਨੇ ਮਰਜ਼ੀ ਆਪਸ ਵਿਵਾਦ ਹੋਣ, ਫਿਰਕੇ ਹੋਣ, ਲੇਕਿਨ ਜਿਹੜੀ ਉਹਨਾਂ ਕਿਸੇ ਆਈਡੀਓਲੋਜੀ ਨਾਲ ਉਹ ਸਹਿਮਤ ਹੋਣ ਨਾ ਹੋਣ, ਲੇਕਿਨ ਇਹ ਗੱਲ ਦੇ ਉੱਤੇ ਇੱਕ ਪੱਥਰ ਤੇ ਲਕੀਰ ਆ ਕਿ ਜਿਹੜੀਆਂ ਡਿਸਟਰਬੈਂਸ ਜਿਹੜੇ ਖਿੱਤੇ ਨੇ, ਜਿੱਥੇ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਦੇਰ ਤੱਕ ਇਹ ਚੀਜ਼ਾਂ ਫਿਕਸ ਸੈਟਲ ਜਿਹੜੀਆਂ ਨੇ ਹੁੰਦੀਆਂ ਆਪਸ ਵਿੱਚ, ਕੋਈ ਇਹ ਕਿਸੇ ਜਗ੍ਹਾ ਦੇ ਉੱਤੇ ਆ ਕੇ ਇਸ ਚੀਜ਼ਾਂ ਦਾ ਸਮਝੌਤਾ ਨਹੀਂ ਹੁੰਦਾ, ਉਨੀ ਦੇਰ ਤੱਕ
ਇਹ ਜਿਹੜਾ ਅਸੀਂ ਜਿਹੜੇ ਹਾਲਾਤ ਨੇ ਉਹ ਨਾਰਮਲ ਨਹੀਂ ਦੇਖਾਂਗੇ। ਸੋ ਪੰਜਾਬ ਦੇ ਹਵਾਲੇ ਦੇ ਨਾਲ, ਪੰਜਾਬ ਦੇ ਨੁਕਤਾ ਨਿਗਾਹ ਦੇ ਨਾਲ ਅੱਜ ਚਾਹੇ ਇੰਡੀਆ ਦੀਆਂ ਏਜੰਸੀਆਂ ਜੋ ਮਰਜ਼ੀ ਕਹਿਣ ਜਾਂ ਕਰਨ ਜਾਂ ਉਹਨਾਂ ਦਾ ਮੀਡੀਆ ਕਰਨ, ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਹਵਾਲੇ ਦੇ ਨਾਲ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਸ ਤਰ੍ਹਾਂ ਦੇ ਨਾਲ ਇੰਡੀਕੇਟ ਕਰ ਰਹੀਆਂ ਨੇ ਕਿ ਅਸੀਂ ਅਗਰ ਆਪਣੇ ਖਿੱਤੇ ਦੇ ਵਿੱਚ ਸਾਰਾ ਕੁਝ ਠੀਕ ਠਾਕ ਚਾਹੁੰਦੇ ਹੈਗੇ ਆ, ਕਿਉਂਕਿ ਪੰਜਾਬ ਜਿਹੜਾ ਹੈਗਾ ਉਹ ਚਾਰੇ ਬੰਨਿਓਂ ਪਿਸੇਗਾ। ਸੋ ਪੰਜਾਬ ਨੂੰ ਅਸੀਂ ਬਚਾਉਣ ਵਾਸਤੇ, ਉਸ ਖਿੱਤੇ ਦੀ ਸ਼ਾਂਤੀ ਵਾਸਤੇ, ਆਪਣੀ ਜੜ ਦੀ ਸ਼ਾਂਤੀ ਵਾਸਤੇ ਸਾਨੂੰ ਪੋਲੀਟੀਕਲ ਸਟਰਕਚਰ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਣਾ ਜਿਹੜਾ ਹੈ ਉਹ ਚਾਹੀਦਾ ਹੈਗਾ। ਤੇ ਇਹੀ ਗੱਲ ਭਾਰਤ ਨੂੰ ਕਿਸੇ ਤਰੀਕੇ ਦੇ ਨਾਲ ਮਨਜ਼ੂਰ ਨਹੀਂ ਆ। ਅਸੀਂ ਸਿੱਖਾਂ ਦੀਆਂ ਕੀ ਉੱਥੇ ਸਮੱਸਿਆਵਾਂ ਨੇ, ਕੀ ਉੱਥੇ ਗੱਲਬਾਤ ਕਰਨੀ ਆ, ਸ਼੍ਰੋਮਣੀ ਕਮੇਟੀ ਦੀ ਕੀ ਗੱਲਬਾਤ ਕਰਨੀ ਆ ਕੀ ਹੋ ਗਿਆ, ਗੁਰਬਾਣੀ ਦੀ ਗੱਲਬਾਤ ਹੋ ਗਈ, ਇਹਦੇ ਉੱਤੇ ਭਾਰਤ ਸਰਕਾਰ ਨੂੰ ਕੋਈ ਬਹੁਤਾ ਜ਼ਿਆਦਾ ਇਤਰਾਜ਼ ਨਹੀਂ ਆ, ਨਾ ਕਦੀ ਹੋਣਾ। ਲੇਕਿਨ ਜਦੋਂ ਸਿੱਖ ਨੁਕਤਾ ਨਿਗਾਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੋਲਿਟਿਕਸ ਨੂੰ ਦੇਖੇਗਾ, ਉੱਥੇ ਭਾਰਤ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਧੱਕਾ ਵੀ ਲੱਗਦਾ ਤੇ ਉੱਥੇ ਉਹਨੂੰ ਤਕਲੀਫ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ, ਕਿਉਂਕਿ ਉਹ ਇਹ ਕਹਿੰਦਾ ਕਿ ਪੰਜਾਬ ਦਾ ਜਿਹੜਾ ਸਿੱਖ ਆ, ਜਾਂ ਉਹ ਪੰਜਾਬ 'ਚ ਬੈਠਾ ਜਾਂ ਪੰਜਾਬ ਤੋਂ ਬਾਹਰ ਬੈਠਾ ਹੈਗਾ ਜਾਂ ਸਿੱਖ ਹੈਗਾ ਅਸਲ ਦੇ ਵਿੱਚ, ਉਹ ਇੰਟਰਨੈਸ਼ਨਲ ਪੋਲਿਟਿਕਸ ਨੂੰ ਨਾ ਦੇਖੇ ਕਿਸੇ ਵੀ ਤਰੀਕੇ ਦੇ ਨਾਲ। ਉਹ ਜਦ ਵੀ ਦੇਖੇ ਸਾਡੇ ਰਾਸ਼ਟਰਵਾਦ ਦੇ ਝੰਡੇ ਦੇ ਹੇਠ ਦੇਖੇ। ਪਰ ਅਸੀਂ ਇਹ ਦੇਖਣਾ ਸਿਆਣਪ ਦੇ ਨਾਲ ਕਿ ਸਾਡੇ ਹਿੱਤ, ਸਾਡਾ ਖਿੱਤਾ, ਸਾਡੇ ਲੋਕ ਸੇਫ ਕਿਵੇਂ ਰਹਿ ਸਕਦੇ ਨੇ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਸੁਖਾਲੀ ਜਿਹੜੀ ਆ ਹੋ ਸਕਦੀ ਆ। ਸਭ ਤੋਂ ਵੱਡਾ ਇਸ ਟਾਈਮ ਦੇ ਉੱਤੇ ਸਾਨੂੰ ਇਸ ਦੇ ਉੱਤੇ ਸੋਚਣ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਹੈਗੀ ਆ। ਵਕਫਾ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਜਿਹੜਾ ਹੈ ਅਖੀਰਲੇ ਸੈਗਮੈਂਟ 'ਚ ਬਾਕੀਆਂ ਰਹਿੰਦੀਆਂ ਗੱਲਾਂ ਬਾਤਾਂ ਕਰਾਂਗੇ। ਸੋ ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆ ਰਿਹਾ ਹੋਵੇਗਾ। ਤੇ ਆਪਾਂ ਪ੍ਰੋਗਰਾਮ ਦੇ ਅਖੀਰਲੇ ਜਿਹੜਾ ਹੈ ਸੈਗਮੈਂਟ ਦੇ ਵਿੱਚ ਪਹੁੰਚ ਗਏ ਹਾਂ। ਕੁਝ ਸਮਾਂ ਪ੍ਰੋਗਰਾਮ ਦਾ ਜਿਹੜਾ ਹੈ ਉਹ ਬਾਕੀ ਹੈ ਤੇ ਆਪਾਂ ਰਹਿੰਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਮੈਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਇਸ ਪ੍ਰੋਗਰਾਮ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਦੇ ਉੱਤੇ ਜਿਹੜੇ ਵੀ ਹਾਲਾਤ ਨੇ ਇਹਨਾਂ ਦੇ ਉੱਤੇ ਦੁਬਾਰਾ ਗੱਲਬਾਤ ਕੀਤੀ ਜਾ ਸਕੇ। ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹ ਕਿਹਾ ਸੀਗਾ ਕਿ ਸਾਨੂੰ ਆਪਣੇ ਹਿੱਤ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਰੱਖਣੇ ਪੈਣਗੇ ਤੇ ਸਾਨੂੰ ਪੋਲੀਟੀਕਲ ਸਟਰਕਚਰ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਸਮਝਣਾ ਪਵੇਗਾ। ਜੇ ਜਿਨ੍ਹਾਂ ਨਾਲ ਅਸੀਂ ਰਹਿ ਰਹੇ ਹਾਂ, ਜੇ ਉਹ ਕੋਈ ਬੇਵਕੂਫੀ ਕਰਦੇ ਨੇ ਜਾਂ ਉਹ ਬੇਵਕੂਫ ਜਿਹੜਾ ਵਰਤੀਰਾ ਹੈਗਾ, ਜਿਹੜਾ ਉਹ ਜੋ ਕੁਛ ਉਹ ਬੋਲਦੇ ਨੇ ਜਾਂ ਜਿਸ ਤਰ੍ਹਾਂ ਦਾ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਨੇ, ਆਪਣੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰੀਕੇ ਦੇ ਨਾਲ। ਕਿਉਂਕਿ ਸਾਡੀ ਪਰੰਪਰਾ, ਜਿਹੜੀ ਸਾਡੀ ਪਰੰਪਰਾ, ਸਾਡੀ ਆਈਡੀਓਲੋਜੀ ਆ ਉਹ ਬਿਲਕੁਲ ਅਲੱਗ ਹੈਗੀ ਆ। ਕਿਉਂਕਿ ਅਸੀਂ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਆ ਉਹ ਕਰਦੇ ਆ। ਉਹ ਗੱਲ ਅਲੱਗ ਹੈ ਕਿ ਮੈਂ ਪਹਿਲਾਂ ਜਿੱਦਾਂ ਗੱਲ ਕਰ ਦਿੱਤੀ ਕਿ ਉਹ ਰਾਜ ਕਿਵੇਂ ਕਰਦੇ ਨੇ ਤਾਲਿਬਾਨ, ਉਹਨਾਂ ਦਾ ਇੱਕ ਆਪਣੀ ਆਈਡੀਓਲੋਜੀ ਆ। ਤੇ ਬਾਕੀਆਂ ਨੂੰ ਵੀ ਤੁਸੀਂ ਦੇਖ ਲਓ ਨਾ ਕਿ ਬਾਕੀ ਆਪਣੀ ਆਈਡੀਓਲੋਜੀ ਕੋਈ ਛੱਡਦੇ ਨੇ। ਕਿ ਵਾਈਟ ਸੁਪਰਾਮੇਸੀ ਆਪਣੀ ਆਈਡੀਓਲੋਜੀ ਛੱਡਦਾ? ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਵਾਲੇ ਆਪਣੀ ਆਈਡੀਓਲੋਜੀ ਤੋਂ ਉਰਾ ਪਰਾਂ ਹੁੰਦੇ ਨੇ। ਉਹਨਾਂ ਨੂੰ ਇਹ ਦਿਸਦਾ ਨਾ ਕਿ ਅਸੀਂ ਆਪਣੇ ਹਿੱਤ ਜਿਹੜੇ ਨੇ ਜਾਂ ਆਪਣੀ ਰਾਜ ਸੱਤਾ ਨੂੰ ਕਿਵੇਂ ਕਾਇਮ ਰੱਖਣਾ, ਚਾਹੇ ਉਹ ਪੁਲਵਾਮਾ ਅਟੈਕ ਕਰਾ ਕੇ 40-50 ਬੰਦੇ ਮਰਵਾ ਕੇ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਕਰਕੇ ਆਪਣਾ ਰਾਜ ਸੱਤਾ ਨੂੰ ਕਾਇਮ ਕਰਨਾ, ਲੋਕਾਂ ਨੂੰ ਬੇਵਕੂਫ ਬਣਾਉਣਾ।
ਤੇ ਸਾਨੂੰ ਅੱਜ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਸਾਨੂੰ ਇੰਟਰਨੈਸ਼ਨਲ ਪੋਲਿਟਿਕਸ ਨੂੰ, ਜੀਓ ਪੋਲਿਟਿਕਸ ਨੂੰ ਜਿਹੜਾ ਉਹ ਸਮਝਣਾ ਪਏਗਾ। ਇਸ ਖਿੱਤੇ ਦਾ ਸਾਊਥ ਏਸ਼ੀਆ ਦੇ ਪੋਲੀਟੀਕਲ ਸਟਰਕਚਰ ਜਿਹੜਾ ਹੈਗਾ, ਜਿਹੜਾ ਇਹ ਇਸ ਟਾਈਮ ਦੇ ਉੱਤੇ ਸੱਤਾ ਦਾ ਸਟਰਕਚਰ ਸਾਨੂੰ ਸਾਰੇ ਆਲੇ ਦੁਆਲੇ ਦਿਖ ਰਿਹਾ ਨਾ, ਇਹ ਇਦਾਂ ਰਹਿਣਾ ਨਹੀਂ। ਇਹ ਕੋਈ ਬਹੁਤ ਲੰਬੀ ਗੇਮ ਨਹੀਂ ਹੈਗੀ, ਇਹ ਖਤਮ ਹੋ ਜਾਣਾ ਸਾਰਾ ਕੁਝ। ਇਹ ਇੱਕ ਅਲੱਗ ਸਟਰਕਚਰ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਪੈਦਾ ਜਿਹੜਾ ਹੋਣਾ। ਇਹ ਸਟਰਕਚਰ ਤਾਂ ਪੈਦਾ ਹੋਣੇ ਨੇ ਕਿਉਂਕਿ ਬੜਾ ਲੰਮਾ ਸਮਾਂ ਤਕਰੀਬਨ ਹੁਣ ਜਿਹੜਾ ਹੋ ਚੁੱਕਿਆ। ਤੇ ਜਿਹੜੇ ਲੋਕ ਇਹ ਗੱਲ ਦਾ ਵਿਰੋਧ ਕਰਦੇ ਨੇ, ਆ ਪਿਛਲੇ ਲੰਮੇ ਹੁਣ ਸਮੇਂ ਦੇ ਦੌਰਾਨ ਇਹ ਚੀਜ਼ ਦਾ ਵਿਰੋਧ ਕਰਦੇ ਨੇ, ਮੈਂ ਉਹਨਾਂ ਨੂੰ ਵੀ ਇਹ ਗੱਲਬਾਤ ਜਿਹੜੀ ਆ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਿਸੇ ਦੇ ਸਹਾਰੇ ਬੈਠ ਕੇ ਜਾਂ ਕਿਸੇ ਦੇ ਵੱਲ ਵੇਖ ਕੇ ਆਪਣੀ ਜ਼ਿੰਦਗੀ ਕੱਟਦੇ ਨੇ ਜਾਂ ਆਪਣੀ ਜ਼ਿੰਦਗੀ ਦਾ ਸਾਰਾ ਦਾਰੋਮਦਾਰ ਕਿਸੇ ਦੇ ਭਰੋਸੇ ਤੇ ਕਿਸੇ ਦੇ ਉੱਤੇ ਸਿੱਟ ਦਿੰਦੇ ਨੇ, ਜਦ ਉਹ ਆਪਣੀ ਜਿਹੜੀ ਆ ਭੱਜਦੇ ਨੇ ਨਾ, ਉਹ ਫਿਰ ਤੁਹਾਡੀ ਪਰਵਾਹ ਨਹੀਂ ਕਰਦੇ ਹੈਗੇ। ਉਹ ਫਿਰ ਜਦੋਂ ਜਿਨ੍ਹਾਂ ਨੇ ਆਪ ਹੀ ਭੱਜਣਾ ਸੋਚਿਆ ਹੋਵੇ ਉਹ ਕਿਤੇ ਪਰਵਾਹ ਕਰਦੇ ਨੇ। ਅੱਜ ਕਿੱਥੇ ਗਿਆ ਇਹਨਾਂ ਦਾ ਰਾਸ਼ਟਰਪਤੀ ਅਫਗਾਨਿਸਤਾਨ ਦਾ, ਜਿਹਦੇ ਤੇ ਪਿੱਠ ਥਾਪੜਦੇ ਰਹੇ ਨੇ, US ਪਿੱਠ ਥਾਪੜਦਾ ਰਿਹਾ, ਇਹ ਭਾਰਤ ਉਹਨਾਂ ਦੀ ਜਿਹੜੀ ਆ ਪਾਰਲੀਮੈਂਟ ਦੀ ਬਿਲਡਿੰਗ ਬਣਾਉਂਦਾ ਰਿਹਾ, ਸਾਰਾ ਕੁਝ। ਉਹ ਕਿੱਥੇ ਗਏ ਨੇ ਅੱਜ? ਕਿੱਥੇ ਉਹ ਲੋਕਾਂ ਨੂੰ ਛੱਡ ਕੇ ਸਟੇਟਮੈਂਟਾਂ ਜੋ ਮਰਜ਼ੀ ਦੇਈ ਜਾਣ। ਸੋ ਜਿਹੜੀਆਂ ਕੌਮਾਂ, ਜਿਹੜੇ ਲੋਕ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਤੇ ਆਪਣੀ ਸੁਤੰਤਰਤਾ ਵਿੱਚ ਰਹਿਣਾ ਚਾਹੁੰਦੇ ਨੇ, ਕਿਸੇ ਦੇ ਭਰੋਸੇ ਨਹੀਂ ਰਹਿਣਾ ਚਾਹੁੰਦੇ, ਉਹਨਾਂ ਨੂੰ ਇੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ। ਜੇ ਉਹ ਆਪਣੀ ਅੱਖ ਖੋਲ ਕੇ ਸਿੱਖਣ, ਜੇ ਉਹ ਇਹ ਚੀਜ਼ ਮਹਿਸੂਸ ਕਰਨ, ਤੇ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਇਹਦੇ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਅਸੀਂ ਉੱਥੇ ਪ੍ਰਭਾਵਿਤ ਵੀ ਹਾਂ। ਸਾਡਾ ਖਿੱਤਾ ਵੀ ਜਿਹੜਾ ਹੈ ਉਹ ਕੋਈ ਬਹੁਤ ਦੂਰ ਦਾ ਨਹੀਂ ਹੈ, ਤੇ ਅਸੀਂ ਤਕਰੀਬਨ ਉਸ ਖਿੱਤੇ ਦੇ ਵਿੱਚ ਇੱਕ ਆਪਣੀ ਅਹਿਮੀਅਤ ਵੀ ਰੱਖਦੇ ਹੈਗੇ ਆ। ਕਿਉਂਕਿ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਹਰ ਜਗ੍ਹਾ ਦੇ ਉੱਤੇ ਤੁਸੀਂ ਤਕਰੀਬਨ 176 ਦੇਸ਼ਾਂ ਦੇ ਵਿੱਚ ਤੁਹਾਡਾ ਝੰਡਾ ਵੀ ਝੂਲਦਾ ਹੈਗਾ। ਸੋ ਤੁਸੀਂ ਇੱਕ ਆਪਣੀ ਅਲੱਗ ਅਹਿਮੀਅਤ ਰੱਖਦੇ ਹੋ। ਸੋ ਅਹਿਮੀਅਤ ਰੱਖਣ ਦੇ ਨਾਲ ਉਸ ਅਹਿਮੀਅਤ ਨੂੰ ਪਹਿਚਾਨਣਾ, ਆਪਣੀ ਪਾਵਰ ਨੂੰ ਪਹਿਚਾਨਣਾ, ਆਪਣੀ ਪਾਵਰ ਦੇ ਉੱਤੇ ਤੇ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਨਾ, ਇਹ ਅੱਜ ਸਾਨੂੰ ਉੱਥੋਂ ਜਿਹੜੀ ਚੀਜ਼ ਆ ਉਹ ਜਿਹੜੀ ਆ ਸਿੱਖਣ ਨੂੰ ਬਹੁਤ ਵੱਡਾ ਸਾਨੂੰ ਸਬਕ ਜਿਹੜਾ ਉਹ ਮਿਲ ਰਿਹਾ ਹੈਗਾ। ਬਾਕੀ ਜਿਹੜੇ ਕਈ ਲੋਕ ਨੇ ਢੈਂਦੀਆਂ ਗੱਲਾਂ ਕਰਦੇ ਨੇ ਜਾਂ ਢੈਂਦੀ ਕਲਾ ਦੇ ਵਿੱਚ ਰਹਿੰਦੇ ਨੇ ਕਿ ਦੇਖੋ ਜੀ ਸਾਡੇ ਤਾਂ ਬਿਲਕੁਲ ਹੀ ਕੋਈ ਨਹੀਂ ਜੀ, ਅਸੀਂ ਤਾਂ ਬਿਲਕੁਲ ਸਾਡੇ ਤਾਂ ਜੀ ਬੰਦੇ ਹੀ ਗਦਾਰ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਬਥੇਰੀ ਜਨਤਾ ਗਦਾਰੀ ਕਰਦੀ ਆ। ਪਰ ਜਿੰਨੇ ਕਿ ਵੀ ਲੋਕ ਆਪਣੀ ਸਿੱਖ ਪਰੰਪਰਾਵਾਂ ਦੇ ਅਨੁਸਾਰ ਆਪਣੀ ਰਾਜਸੀ ਸ਼ਕਤੀ, ਆਪਣਾ ਰਾਜ ਕਾਇਮ ਕਰਨ ਦੀ ਗੱਲ ਕਰਦੇ ਨੇ, ਉਹਨਾਂ ਨੂੰ ਮੈਨੂੰ ਲੱਗਦਾ ਕਿ ਅੱਜ ਦੁਨੀਆ ਭਰ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੋਂ ਸਿੱਖਣ ਦੀ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਔਰ ਜਿਨ੍ਹਾਂ ਕੌਮਾਂ ਦੇ ਕੋਲ ਆਪਣਾ ਦੇਸ਼ ਨਹੀਂ ਨਾ ਹੁੰਦਾ, ਜਾਂ ਜਿਨ੍ਹਾਂ ਕੌਮਾਂ ਦੇ ਕੋਲ ਆਪਣਾ ਖਿੱਤਾ ਆਪ ਜਿਹਦੇ ਉੱਤੇ ਉਹ ਰਾਜ ਕਰ ਲਏ ਹੋਣ, ਉਹਨਾਂ ਦੀ ਦੁਰਦਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਾੜੀ ਹੋਣ ਵਾਲੀ ਆ। ਜਿੱਦਾਂ ਅੱਜ ਉਹਨਾਂ ਦਾ ਪੋਲੀਟੀਕਲ ਸਟਰਕਚਰ ਜਿਹੜਾ ਅਰਬਾਂ ਦੇ ਵਿੱਚ ਉੱਥੇ ਜਿਹੜਾ ਉਹ ਖੇਡਦਾ ਰਿਹਾ, ਤੇ ਕਿੱਦਾਂ ਢਹਿ ਢੇਰੀ ਉਹ ਹੋਇਆ, ਤੇ ਕਿੱਦਾਂ ਉਹ ਲੋਕ ਛੱਡ ਕੇ ਭੱਜੇ ਨੇ, ਇੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਉਹ ਲੋਕ ਜਿਹੜੀਆਂ ਇਹ ਦਮਗਜੇ ਮਾਰਦੇ ਫਿਰਦੇ ਨੇ, ਤੇ ਜਿਨ੍ਹਾਂ ਨੇ 74 ਸਾਲ ਤੋਂ ਤੁਹਾਨੂੰ ਅੱਜ ਕੱਲ ਬਥੇਰੇ ਲੋਕਾਂ ਨੇ ਝੰਡੇ ਚੜਾਏ ਤੇ ਲੋਕਾਂ ਨੇ ਸਲਾਮੀਆਂ ਦਿੱਤੀਆਂ ਨੇ, ਇਹਨਾਂ ਨੂੰ ਇਹ ਪੁੱਛੋ ਕਿ ਭਾਈ 74 ਸਾਲ ਦੇ ਵਿੱਚ ਕੋਈ ਤੁਸੀਂ ਸਾਡੇ ਇਸ ਖਿੱਤੇ ਵਾਸਤੇ ਕੁਛ ਕੀਤਾ? ਤੇ ਜੇ ਨਹੀਂ ਕੀਤਾ ਤੇ ਫਿਰ ਭਾਈ ਸਾਨੂੰ ਇਸ ਜਿਹੜੇ ਬਦਲਦੇ ਹਾਲਾਤ ਨੇ, ਇਸ ਸਾਊਥ ਏਸ਼ੀਆ ਦੇ ਬਦਲਦੇ ਹਾਲਾਤ ਨੇ, ਇੱਥੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਆ, ਇੱਥੋਂ ਬਹੁਤ ਕੁਝ ਸਮਝਣ ਦੀ ਜ਼ਰੂਰਤ ਆ। ਦਿਸ਼ਾ ਜਿਹੜੀ ਆ ਉਹ ਸਾਡੀ ਬੜੀ ਕਲੀਅਰ ਹੁੰਦੀ ਆ, ਤੇ ਦਿਸ਼ਾ ਜਿੱਥੇ ਹੋਵੇ ਆਪਾਂ ਦਿਸ਼ਾਹੀਣ ਨਾ ਹੋਈਏ, ਦਿਸ਼ਾ ਵਾਲੀ ਸਾਈਡ ਨੂੰ ਸਾਨੂੰ ਜਿਹੜਾ ਹੈ ਉਹ ਵਧਣਾ ਚਾਹੀਦਾ, ਦੇਖਣਾ ਚਾਹੀਦਾ। ਹਮੇਸ਼ਾ ਹਰ ਚੀਜ਼ ਤੁਹਾਨੂੰ ਕੁਛ ਨਾ ਕੁਛ ਸਿਖਾ ਰਹੀ ਹੁੰਦੀ ਆ ਤੇ ਤੁਹਾਨੂੰ ਸੰਕੇਤ ਕਰ ਰਹੀ ਹੁੰਦੀ ਆ ਕਿ ਹਾਂ ਇਹ ਸਾਡੇ ਸੰਕੇਤ ਨੇ। ਸੋ ਇਹ ਜਿਹੜਾ ਬਦਲਦੇ ਸਾਊਥ ਏਸ਼ੀਆ ਦੇ ਹਾਲਾਤ ਨੇ, ਉੱਥੇ ਸਿੱਖ ਪਰੰਪਰਾਵਾਂ, ਸਿੱਖ ਫੈਕਟਰ ਜਿਹੜਾ ਹੈ ਨਾ
ਉਹ ਬਹੁਤ ਅਲੱਗ ਰੂਪ ਦੇ ਵਿੱਚ ਇਸ ਟਾਈਮ ਦੇ ਉੱਤੇ ਚਮਕ ਰਿਹਾ ਹੈਗਾ। ਉਸ ਨੂੰ ਸਮਝਣ ਤੇ ਸੰਭਾਲਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਬਾਕੀ ਜਿਹੜੇ ਗੱਲਾਂ ਬਥੇਰੀਆਂ ਕਰਦੇ ਨੇ, ਮੈਂ ਤਾਂ ਉਹਨਾਂ ਨੂੰ ਇਹ ਕਹਿਣਾ ਕਿ ਭਾਈ ਤੁਸੀਂ ਕੇਸਾਧਾਰੀ ਹਿੰਦੂ ਹੋ, ਤੁਸੀਂ ਉਸ ਚੀਜ਼ ਨੂੰ ਮੰਨ ਬੈਠੇ ਹੈਗੇ ਹੋ। ਸੋ ਜਿਹੜੇ ਨਹੀਂ ਮੰਨਦੇ ਉਸ ਚੀਜ਼ ਨੂੰ, ਆਪਣੀ ਜਿਹੜੀ ਹੋਂਦ ਆ ਉਹਨੂੰ ਸੰਭਾਲਣ ਦੀ ਜ਼ਰੂਰਤ ਆ, ਆਪਣੀ ਹੋਂਦ ਨੂੰ ਸਮਝਣ ਦੀ ਜ਼ਰੂਰਤ ਆ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਆ, ਆਪਣੇ ਗੁਰੂ ਤੇ ਭਰੋਸਾ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਤੇ ਜੋ ਇਹ ਬਦਲ ਰਿਹਾ, ਇਹ ਬਿਲਕੁਲ ਸਾਰਾ ਕੁਝ ਇਦਾਂ ਹੀ ਬਦਲਣਾ। ਤੇ ਮੈਂ ਪਹਿਲਾਂ ਦੀ ਤਰ੍ਹਾਂ, ਜਿੱਦਾਂ ਮੈਂ ਪਹਿਲਾਂ ਗੱਲ ਕਰਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਹੁਣ ਬਦਲ ਰਿਹਾ ਨਾ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਖਿੱਤੇ ਦੇ ਵਿੱਚ, ਬਾਕੀ ਦੇਸ਼ ਦੇ ਹਿੱਸਿਆਂ ਨੂੰ ਮੈਂ ਕੋਈ ਉਹਨਾਂ ਦੀ ਮੈਂ ਆਪਣੇ ਤੌਰ ਦੇ ਉੱਤੇ ਨਹੀਂ ਗੱਲ ਕਰਦਾ, ਲੇਕਿਨ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ 1849 ਤੋਂ ਪਹਿਲਾਂ ਇਦਾਂ ਦਾ ਨਹੀਂ ਸੀ, ਨਾ ਜਿਓਗ੍ਰਾਫੀਕਲੀ ਨਾ ਡੈਮੋਗ੍ਰਾਫੀਕਲੀ। 1949 ਤੋਂ ਪਹਿਲਾਂ ਇਦਾਂ ਦਾ ਨਹੀਂ ਸੀ, ਇਹ ਬਿਲਕੁਲ ਅਲੱਗ ਸੀ, ਇਹਦਾ ਡੈਮੋਗ੍ਰਾਫੀਕਲੀ ਵੀ ਜਿਓਗ੍ਰਾਫੀਕਲੀ ਵੀ। ਤੇ 2049 ਆਉਂਦੀ ਨਹੀਂ ਲੱਗਦੀ। 2049 ਤੋਂ ਪਹਿਲਾਂ ਡੈਮੋਗ੍ਰਾਫੀਕਲੀ ਵੀ ਜਿਓਗ੍ਰਾਫੀਕਲੀ ਵੀ ਪੰਜਾਬ ਇੱਕ ਅਲੱਗ ਤਰ੍ਹਾਂ ਦੇ ਨਾਲ ਦਿਖੇਗਾ, ਇੱਕ ਅਲੱਗ ਦੇਸ਼ ਵਜੋਂ ਜਿਹੜਾ ਹੈ ਉਹ ਦਿਖੇਗਾ, ਅਲੱਗ ਇੱਕ ਉਹਦਾ ਰੂਪ ਹੋਏਗਾ, ਇੱਕ ਉਹਦਾ ਸਟਰਕਚਰ ਹੋਏਗਾ, ਸਾਰਾ ਕੁਝ ਅਲੱਗ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਜਿਹੜਾ ਹੈ ਉਹ ਮਿਲੇਗਾ। ਸੋ ਇਸ ਉਮੀਦ ਦੇ ਨਾਲ ਕਿ ਸਾਰਾ ਕੁਝ ਸੁਖਾਵਾਂ ਹੋਵੇ, ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਡੇ ਉਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਕੁਝ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਵਗਣ, ਸਭ ਕੁਝ ਜਿਹੜਾ ਹੈ ਉਹ ਸੁਖਾਲਾ ਹੋ ਕੇ ਹੀ ਜਿਹੜਾ ਹੈ ਉਹ ਹੋ ਨਿਬੜੇ। ਸੋ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਸਾਡਾ ਅੱਜ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ। ਗੱਲਾਂ ਸਾਡੀਆਂ ਜਿਹੜੀਆਂ ਨੇ ਉਹ ਬਿਲਕੁਲ ਆਮ ਹੁੰਦੀਆਂ ਨੇ, ਜਿਹੜੀਆਂ ਦਿਲ ਤੱਕ ਪਹੁੰਚਣ ਦੀ ਜਿਹੜੀ ਇਹ ਗੱਲ ਹੁੰਦੀ ਆ, ਸਿੰਪਲ ਵੇ ਦੇ ਵਿੱਚ ਅਸੀਂ ਗੱਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹਾਂ। ਸੋ ਇਸ ਉਮੀਦ ਦੇ ਨਾਲ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤੇ ਅਸੀਂ ਇਸ ਪ੍ਰੋਗਰਾਮ ਨੂੰ ਆਪਣੀ ਜਿਹੜੀ ਵਾਹ ਲਾ ਕੇ ਤੁਹਾਡੇ ਤੱਕ ਜਿਹੜਾ ਹੈ ਉਹ ਪਹੁੰਚਦਾ ਕਰਦੇ ਹਾਂ, ਗੱਲਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਕਮੈਂਟ ਜ਼ਰੂਰ ਆਪਣੇ ਪਹੁੰਚਦੇ ਕਰਿਓ। ਸੋ ਬਿਲਕੁਲ ਵੀ ਡਰਾਉਣਾ ਨਹੀਂ ਤੇ ਡਰਨਾ ਤੇ ਬਿਲਕੁਲ ਨਹੀਂ ਹੈ। ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਕੱਲ ਨੂੰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।